यूके ਦੀ ਮਾਰਕੀਟ ਨੂੰ ਜੇ ਮੈਂ ਥੋੜਾ ਜਿਹਾ ਡਿਟੇਲ ਚ ਦੱਸਾਂ ਯੈਸ ਕਿ ਤੁਸੀਂ ਇੱਕ ਪ੍ਰਾਪਰਟੀ ਸਿਲੈਕਟ ਕਰਦੇ ਹੋ ਜਿਹਦੀ 200,000 ਪਾਉਂਡ ਕੀਮਤ ਹੈ। ਠੀਕ ਹੈ। ਬੈਂਕ ਕਹਿੰਦੀ ਯੂਕੇ ਦੀ ਕਿ ਤੁਸੀਂ 20% ਲੈ ਆਓ, ਬਾਕੀ ਤੁਹਾਡੀ ਮੋਰਗੇਜ ਕਰ ਦਿੰਦੇ ਆ। ਤੁਸੀਂ 20,000 ਜਮ੍ਹਾਂ ਕਰਾਇਆ ਤਾਂ 180,000 ਤੁਹਾਡੀ ਮੋਰਗੇਜ ਹੋ ਗਈ। ਫਿਰ ਬੈਂਕ ਕਹਿੰਦੀ ਤੁਸੀਂ ਪਲਾਨ 25 ਸਾਲ ਦਾ ਲੈਣਾ ਕਿ 30 ਦਾ ਲੈ ਲਿਆ, ਉਹ ਫਿਰ ਡਿਵਾਈਡ ਕਰ ਦਿੱਤਾ ਉਹਨਾਂ ਨੇ, ਇੰਨਾ ਇੰਟਰਸਟ ਰੇਟ ਪਊਗਾ, ਇੰਨੀ ਤੁਹਾਡੀ ਪਰ ਮੰਥ ਬਣਦੀ 30 ਸਾਲਾਂ। ਯੂਕੇ ਦੀ ਬੈਂਕ ਕਹਿੰਦੀ ਹੈ ਕਿ 200,000 ਪਾਉਂਡ ਦੀ ਪ੍ਰਾਪਰਟੀ ਹੈ, ਯੈਸ ਤੁਸੀਂ ਸਾਡੇ ਕੋਲ 20% ਲੈ ਆਓ ਤੇ ਇੱਕ 180,000 ਦੀ ਅਸੀਂ ਤੁਹਾਨੂੰ 25 ਜਾਂ 30 ਸਾਲ ਦੀਆਂ ਕਿਸ਼ਤਾਂ ਕਰ ਦੇਵਾਂਗੇ। ਯੈਸ ਇੰਨਾ ਫਿਕਸਡ ਰੇਟ ਇੰਟਰਸਟ ਹੈ, ਇਹ ਤੁਹਾਡੀ ਪਰ ਮੰਥ ਇੰਸਟਾਲਮੈਂਟ ਹੋਊਗੀ। Okay. ਇਹ ਤਾਂ ਹੋ ਗਿਆ ਯੂਕੇ ਦਾ ਸਿਸਟਮ। ਹੁਣ ਤੁਸੀਂ ਕਹਿੰਦੇ ਹੋ ਦੁਬਈ ਦੇ ਵਿੱਚ 30/70 ਵੀ ਹੁੰਦਾ, 40/60 ਵੀ ਹੁੰਦਾ, 20/80 ਵੀ ਹੁੰਦਾ। ਯੈਸ ਇਹਦਾ ਮਤਲਬ ਜਿਹੜਾ ਹੈ ਕਿ ਤੁਸੀਂ ਮਕਾਨ ਦੇ ਹੱਕਦਾਰ ਇੱਕ ਸਰਟਨ ਲੈਵਲ ਤੇ ਜਾ ਕੇ ਬਣਦੇ ਹੋ। ਫੋਰ ਐਗਜ਼ਾਮਪਲ ਯੂਕੇ ਕਹਿੰਦਾ ਕਿ 20% ਲਿਆਓ, ਮੋਰਗੇਜ ਪਾਸ ਕਰਾਓ, ਚਾਬੀ ਲਾਓ ਤੇ ਘਰ ਚ ਵੜੋ। ਠੀਕ ਆ। ਦੁਬਈ ਕਹਿੰਦਾ ਕਿ 30/70 ਚੂਜ਼ ਕਰੋ, 20/80 ਚੂਜ਼ ਕਰੋ ਜਾਂ 40/60 ਚੂਜ਼ ਕਰੋ। ਉਸ ਤੋਂ ਬਾਅਦ ਵਿਦਿਨ ਅ ਈਅਰ ਉਹ ਜਿਹੜਾ ਉੱਪਰਲਾ ਪਾਰਟ ਆ 70, 80 ਜਾਂ 60 ਉਹਨੂੰ ਕਲੀਅਰ ਕਰੋ ਵਿਦਿਨ ਅ ਈਅਰ। ਵਿਦਿਨ ਇਨ ਡਿਪੈਂਡਸ ਜਿੱਦਾਂ ਮੈਂ ਕਿਹਾ ਹੈ। ਐਜ਼ ਅ ਸੈਡ ਇਹਨੂੰ ਮੈਂ ਐਕਸਪਲੇਨ ਕਰੋ। ਐਜ਼ ਅ ਸੈਡ ਬਿਕੋਜ਼ see Dubai has two plans ਜੀ and like offline property that means the property hale banni hai, you know what I mean, they will hand over to you maybe in like 3 or 4 years so advance later. ਦੱਸ ਦਿੰਦੇ ਹੋ। Exactly. ਠੀਕ ਹੈ। But if you want, depend on the client, if you want ready to move in is there as well. ਠੀਕ ਹੈ। But ready to move in ਇਸ ਪਲਾਨ ਨੂੰ ਕੀ ਕਹਿੰਦੇ? ਰੈਡੀ to move in. ਰੈਡੀ ਟੂ ਮੂਵ ਇਨ ਕਹਿੰਦੇ। UK ਚੱਲਦਾ ਆ। ਠੀਕ ਹੈ। UK ਤੁਸੀਂ ਘਰ ਪਸੰਦ ਕੀਤਾ, ਇਹ ਮੈਨੂੰ ਘਰ ਵਧੀਆ ਲੱਗਿਆ ਆ, I want to buy simple, then I want to goes to bank and bank is gonna give it the mortgage। ਜਿੱਦਾਂ ਵੀ ਚੱਲਣਾ ਆ ਪ੍ਰੋਪਰ ਆਉਂਦਾ ਆ। ਹਾਂਜੀ ਓਕੇ। ਬਟ ਉਹ ਦੁਬਈ has options। ਠੀਕ ਹੈ। ਲਾਈਕ ਤੁਸੀਂ ready to move in ਚਾਹੀਦਾ ਆ, ready to move in ਬਸ different story, but you have to pay 40% upfront। ਅੱਛਾ yeah, ready to ਦੁਬਈ ਦੇ ਵਿੱਚ yes exactly, because of proper well furnished property ਆ, then you have to pay 40% upfront, like then like for 2 years like small installment like so 40% upfront of the total cost ਜਿੰਨੀ ਵੀ। exactly ਠੀਕ ਹੈ। sometimes proper cash ਦੇਣਾ ਪੈਂਦਾ ਆ, that is all up to the client, by the mortgage, by like ਜਿੱਦਾਂ ਵੀ ਕਰਨਾ ਹੈ। cash option ਵੀ available options ਵੀ ਹੈਗਾ ਆ। exactly so ਜੇ ਕਿਸੇ ਨੇ ਦਿਮਾਗ ਦੇ ਵਿੱਚ ਸੋਚਿਆ ਕਿ ਉਹਨਾਂ ਕੋਲ ਇਨਫ ਕੈਸ਼ ਹੈ yeah ਜਿਹੜਾ ਉਹ ਇਨਵੈਸਟ ਕਰਨਾ ਚਾਹੁੰਦੇ ਆ yes the buying property in Dubai is the best option, ਕਿਉਂਕਿ like ਡੈਨੀ ਨੇ ਦੱਸਿਆ ਕਿ ਆਪਸ਼ਨ ਕੈਸ਼ ਇਨਵੈਸਟਰਸ ਲਈ ਵੀ ਹੈਗੀ ਹੈ। absolutely ਵੈਰੀ ਗੁੱਡ ਚਲੋ ਇੱਕ ਕਲੈਰਿਟੀ ਥੋੜੀ ਸਾਹਮਣੇ ਆਈ। ਸੋ ਇਹ ਤਾਂ ਹੋ ਗਏ ਰੈਡੀ ਟੂ ਮੂਵ ਇਨ ਵਾਲੇ। yes ਐਂਡ ਨੈਕਸਟ ਆਪਸ਼ਨ ਕਿਹੜੀ ਹੈ? then offline plan। ਠੀਕ ਹੈ। exactly ਜਾਂ ਤੁਸੀਂ offline plan ਚ ਮੈਂ ਜਿੱਦਾਂ ਦੱਸਿਆ ਆ ਕਿ every developer has a different plan। ਠੀਕ ਹੈ। like 70 ਬਸ ਜਿੱਦਾਂ ਦੇਖੋ ਤੁਸੀਂ ਪ੍ਰੋਪਰਟੀ ਲਿਆ 1 million ਦੀ, okay example 1 million is too much money, yeah I can understand। ਪਰ ਕਈ ਲੋਕਾਂ ਲਈ ਉਹ ਵੀ ਕੁਝ ਵੀ ਨਹੀਂ। exactly ਕਈ ਲੋਕਾਂ ਲਈ ਉਸ ਲਈ ਵੀ ਕੁਝ ਨਹੀਂ ਹੈ। ਮੈਂ ਸਮਝਦਾ ਹਾਂ। ਜਦੋਂ ਮੈਨੂੰ ਕੋ ਪੁੱਛੇ 1 million ਮੈਂ ਕਹਾਂ ਹੈ 1 million ਅੱਛਾ, ਕਈ ਲੋਕ ਹੋਗੇ only 1 million difference ਹੈ ਨਾ। exactly ਤਾਂ ਕਈ ਲੋਕਾਂ ਲਈ ਉਹ ਵੀ ਕੁਝ ਨਹੀਂ ਹੈ। example ਹੀ ਦੇ ਰਿਹਾ, ਇੱਕ 1 million ਦੀ ਪ੍ਰੋਪਰਟੀ ਆ, ਤੁਸੀਂ 60 ਜਾਂ 70 ਜਾਂ 80% ਡਿਪੈਂਡ ਔਨ ਦ ਡਿਵੈਲਪਰ, ਤੁਸੀਂ ਕਿੱਦਾਂ ਲੈਂਦੇ ਆ ਜਾਂ ਕਿੱਦਾਂ ਤੁਹਾਨੂੰ ਦੇ ਗਿਵ ਯੂ ਲਾਈਕ ਪ੍ਰੋਪਰ ਆਈਡੀਆ ਕਿ ਤੁਹਾਨੂੰ ਤੁਸੀਂ ਸੋਚ ਸਕਦੇ ਹੋ ਕਿ ਮੈਂ ਕਿਸੇ ਡਿਵੈਲਪਰ ਜਾਵਾਂ ਤੇ ਮੈਨੂੰ ਕੀ ਸਮਝ ਆ ਰਹੀ ਆ, ਕਿ ਮੈਨੂੰ ਅਗਰ ਸਮਝ ਆਉਂਦੀ ਹੈ 70% ਓਕੇ 3 years ਤੁਸੀਂ ਆਪਣਾ 70% ਕਲੀਅਰ ਕਰੋ ਜੀ, 20% like you have to pay ਜੀ, okay then for 3 years like plan is for suppose 10 years yeah ਠੀਕ ਹੈ, until 3 years you have to pay 70% ਠੀਕ ਹੈ। ਮਤਲਬ ਉਹ ਅਪਫਰੰਟ ਕਾਸਟ ਤੁਹਾਨੂੰ ਕਲੀਅਰ ਕਰਨੀ ਪੈਣੀ ਹੈ। 3 years ਵਿੱਚ ਤੁਹਾਨੂੰ ਪੇ ਕਰਨਾ ਪੈਣਾ ਹੈ। they will hand over the key to you, ਤੁਹਾਨੂੰ ਕੀ ਦੇ ਦੇਣਗੇ, ਕੀਸ ਮਿਲ ਗਏ, ਕੀਸ ਮਿਲ ਗਏ। ਉਸ ਤੋਂ ਬਾਅਦ if you are smart suppose client ਇਦਾਂ ਕਰਦੇ ਆ, suppose property 1 million ਦੀ ਆ, okay hear me out properly, 1 million ਦੀ property ਆ, then you have to pay 70%, ਤੁਸੀਂ pay 70% ਹੀ ਕੀਤਾ ਆ, okay they will hand over the key to you, okay then 30% ਉਹ ਕਿੱਦਾਂ ਕਰਨਾ ਆ, because rental income is really good in Dubai, ਠੀਕ ਹੈ, you know what I mean, as everybody knows now that rental income is really like a rate of, I'm talking about the rate of investment is really good। ਤੁਸੀਂ property ਦੇ 1 million ਤੁਸੀਂ ਇਨਵੈਸਟ 700,000 ਹੀ ਕੀਤਾ, 30% ਤੇ ਤੁਹਾਡਾ ਜਦੋਂ property ਤੁਹਾਨੂੰ properly well furnished proper furnished apartment ਮਿਲਦੇ ਆ ਉੱਥੇ, ਠੀਕ ਹੈ, ਤੁਸੀਂ ਉਸ ਆਪਣੇ ਉਸੇ 3 ਸਾਲ ਤੋਂ ਬਾਅਦ ਆਪਣਾ rent ਤੇ ਚਾੜੋ, ਤੁਹਾਡੀ ਜਿਹੜੀ ਆਪਣੀ ਇੰਸਟਾਲਮੈਂਟ ਆ ਉਹ rent ਦੇ ਥਰੂ ਹੀ ਜਾਈ ਜਾਣੀ ਹੈ, ਠੀਕ ਹੈ। then at the end my point to say is like you have to pay only 700,000 if the property value is for 1 million, that's 30% the rental they're gonna pay you। ਸੋ ਬੇਸਿਕਲੀ ਡੈਨੀ ਨੇ ਜਿਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ 1 ਮਿਲੀਅਨ ਪਾਉਂਡ ਦੀ ਪ੍ਰਾਪਰਟੀ ਦੀ ਐਗਜ਼ਾਮਪਲ ਦਿੱਤੀ ਹੈ, ਤੇ ਤੁਸੀਂ ਜੇ ਉਹਨਾਂ ਨਾਲ ਅਗਰੀ ਕੀਤਾ ਕਿ 3 ਸਾਲ ਦੇ ਵਿੱਚ ਤੁਸੀਂ 70% ਉਸ 1 ਮਿਲੀਅਨ ਦਾ ਦੇ ਦੋਗੇ, ਜਿਹੜਾ ਤੁਸੀਂ ਦੇ ਦਿੱਤਾ 3 4 5 ਜਾਂ 7 ਸਾਲ ਦੇ ਜਿੰਨੇ ਚ ਵੀ ਤੁਸੀਂ ਅਗਰੀ ਕੀਤਾ, ਪਿੱਛੇ ਫੇਰ ਵੀ ਤੁਹਾਡਾ 30% ਦੇਣ ਵਾਲਾ ਪਿਆ ਹੈ। ਹੁਣ ਕਲੈਵਰ ਦਿਮਾਗ ਜੇ ਹੋਊਗਾ ਤੇ ਉਹ 30% ਜੇਬ ਚੋਂ ਦੇਣ ਨਾਲੋਂ ਉਹ 3 ਸਾਲ ਲਈ ਪ੍ਰਾਪਰਟੀ ਰੈਂਟ ਤੇ ਚੜਾ ਦੋ। ਐਗਜ਼ੈਕਟਲੀ